रिकॉर्डिंग मोड ऑन है। सो ਤੁਹਾਡੀ ਸਕਰੀਨ ਦੇ ਉੱਪਰ ਬੇਟਾ ਲੈਕਚਰ ਸ਼ੋ ਹੋ ਰਿਹਾ ਹੋਏਗਾ, ਵਿਜ਼ੀਬਲ ਹੈ। ਸੋ ਨਿਊਕਲੀਅਰ ਮੋਡਲਸ ਦਾ ਕਨਸੈਪਟ ਡਿਸਕਸ ਕਰਾਂਗੇ। ਨਿਊਕਲੀਅਰ ਮੋਡਲਸ ਤੋਂ ਹੁਣ ਜਿਹੜਾ ਆਪਾਂ ਪਹਿਲਾਂ ਡਿਸਕਸ ਕੀਤਾ ਸੀ ਦੈਟ ਵਾਸ ਜਸਟ ਥਿਓਰੈਟੀਕਲ ਇੰਟਰਪ੍ਰੀਟੇਸ਼ਨ ਔਰ ਥਿਓਰੈਟੀਕਲ ਜਿਹੜਾ ਬੈਕਗ੍ਰਾਉਂਡ ਸੀਗੀ ਉਹਦੀ ਬਣਾਈ ਹੋਈ ਹੈ ਨਿਊਕਲੀਅਰ ਫਿਜ਼ਿਕਸ ਦੀ। ਉਹਦੇ ਬਾਰੇ ਰਿਗਾਰਡਿੰਗ ਗੱਲ ਕੀਤੀ ਸੀ, ਇਲੈਕਟ੍ਰੋਨ ਪ੍ਰੋਟੋਨ ਥਿਊਰੀ ਕੀਤਾ ਹੈ, ਇਲੈਕਟ੍ਰੋਨ ਨਿਊਟਰੋਨ ਥਿਊਰੀ ਕੀਤਾ ਹੈ, ਕੁਆਂਟਮ ਮੂਵਮੈਂਟਸ ਜਾਂ ਨਿਊਕਲੀਅਰ ਫਿਜ਼ਿਕਸ ਦੇ ਨਿਊਕਲੀਅਰ ਫਿਜ਼ਿਕਸ ਦੇ ਜਿਹੜੇ ਬੇਸਿਕਸ ਦਿੱਤੇ ਹੋਏ ਆ ਜਾਂ ਨਿਊਕਲੀਅਰ ਪ੍ਰੋਪਰਟੀਜ਼ ਦੇ ਰਿਗਾਰਡਿੰਗ ਆਪਾਂ ਗੱਲ ਕੀਤੀ ਹੈ। ਉਸ ਤੋਂ ਬਾਅਦ ਨਿਊਕਲੀਅਰ ਮਾਡਲ ਦਾ ਜਿਹੜਾ ਕਨਸੈਪਟ ਹੈ, ਜਿਹੜੇ ਥਿਓਰੈਟੀਕਲ ਮਾਡਲਸ ਦਿੱਤੇ ਹੋਏ ਆ ਨਿਊਕਲੀਅਰ ਫਿਜ਼ਿਕਸ, ਜਿਹੜੇ ਨਿਊਕਲੀਅਸ ਦੀਆਂ ਪ੍ਰੋਪਰਟੀਜ਼ ਆ, ਨਿਊਕਲੀਅਸ ਦੀ ਜਿਹੜੀ ਸ਼ੇਪ ਹੈ ਉਹਨੂੰ ਡਿਪਿਕਟ ਕਰਨ ਦੇ ਲਈ, ਥਿਓਰੈਟੀਕਲੀ ਇੰਟਰਪ੍ਰੀਟ ਕਰਨ ਦੇ ਲਈ ਤੁਸੀਂ ਕਿਹੜੇ ਮਾਡਲ ਡਿਵਾਈਸ ਕੀਤੇ ਹੋਏ ਆ, ਉਹਨਾਂ ਦੇ ਰਿਗਾਰਡਿੰਗ ਹਿਸਟੋਰੀਕਲ ਡਿਵੈਲਪਮੈਂਟ ਜਿਹੜੀ ਆਪਾਂ ਕਰ ਸਕਦੇ ਹਾਂ। तो सब तो ਜਿਹੜਾ ਬੇਸਿਕ ਮਾਡਲ ਸੀਗਾ ਉਹਨੂੰ ਲਿਕੁਇਡ ਡ੍ਰੌਪ ਮਾਡਲ ਕਿਹਾ ਜਾਂਦਾ ਸੀਗਾ। ਤੇ ਲਿਕੁਇਡ ਡ੍ਰੌਪ ਕਿੱਥੋਂ ਆਇਆ ਵਰਡ, ਬਿਕੋਜ਼ ਜਿਹੜਾ ਨਿਊਕਲੀਅਸ ਆਪਾਂ ਮੰਨ ਕੇ ਚੱਲਦੇ ਕਿ ਨਿਊਕਲੀਅਸ ਦੀ ਜਿਹੜੀ ਸ਼ੇਪ ਹੈ ਬੇਟਾ ਸਫੈਰੀਕਲ ਦੀ ਸ਼ੇਪ ਹੁੰਦੀ ਹੈ, ਆਲਮੋਸਟ ਸਫੈਰੀਕਲ ਹੈ ਅਗਰ ਮੰਨ ਕੇ ਚੱਲੀਏ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਇਹਨੂੰ ਆਪਾਂ ਨੌਲੇਜ ਦੇ ਤੌਰ ਤੇ ਐਜ਼ ਅ ਲਿਕੁਇਡ ਡ੍ਰੌਪ ਮੰਨ ਸਕਦੇ ਹਾਂ ਕਿ ਲਿਕੁਇਡ ਜਿਹੜਾ ਹੈ, ਲਿਕੁਇਡ ਦੀ ਸਰਫੇਸ ਟੈਂਸ਼ਨ ਹੁੰਦੀ ਹੈ, ਉਹ ਸਰਫੇਸ ਟੈਂਸ਼ਨ ਕਰਕੇ ਕਿਤੇ ਨਾ ਕਿਤੇ ਉਹਨੂੰ ਸਫੈਰੀਕਲ ਸ਼ੇਪ ਅਟੇਨ ਕਰਨ ਦੇ ਵਿੱਚ ਹੈਲਪ ਕਰਦਾ ਹੈ। ਤਾਂ ਆਪਣੀ ਜਿਹੜੀ ਲਿਕੁਇਡ ਹੁੰਦਾ ਹੈ, ਲਿਕੁਇਡ ਅਗਰ ਫ੍ਰੀ ਸਪੇਸ ਦੇ ਵਿੱਚ ਅਗਰ ਡ੍ਰੌਪ ਹੋਏਗੀ ਤਾਂ ਆਪਣੇ ਕੋਲ ਸਫੈਰੀਕਲ ਸ਼ੇਪ ਦੀ ਹੋਏਗੀ, ਲੇਕਿਨ ਉਹ ਗ੍ਰੈਵਿਟੀ ਕਰਕੇ ਆਪਾਂ ਦੇਖਦੇ ਹਾਂ ਕਿ ਲਿਕੁਇਡ ਡ੍ਰੌਪ ਹੈ ਉਹ ਇੱਕ elongated ਹੋ ਜਾਂਦੀ ਹੈ, ਲੇਕਿਨ ਐਕਚੁਅਲ ਦੇ ਵਿੱਚ ਜਿਹੜੀ ਲਿਕੁਇਡ ਡ੍ਰੌਪ ਹੈ ਸਫੈਰੀਕਲ ਸ਼ੇਪ ਦੇ ਵਿੱਚ ਹੁੰਦੀ ਹੈ। ਤਾਂ ਇਸ ਕਰਕੇ ਜਿਹੜਾ ਲਿਕੁਇਡ ਡ੍ਰੌਪ ਦੇ ਅੰਦਰ ਮੋਲੀਕਿਊਲਸ ਹੈ ਉਹਨੂੰ ਨਿਊਕਲੀਅਸ ਦੇ ਨਾਲ ਕੰਪੇਅਰ ਕੀਤਾ ਜਾ ਸਕਦਾ ਹੈ, ਬਿਕੋਜ਼ ਸਰਫੇਸ ਟੈਂਸ਼ਨ ਹੈ, ਅਦਰ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ, ਇੰਟਰੈਕਸ਼ਨਸ ਹੈਗੀਆਂ, ਵਾਨ ਟੂ ਵਾਨ ਇੰਟਰੈਕਸ਼ਨ ਹੈ, ਉਹਨਾਂ ਨੂੰ ਆਪਾਂ ਕੰਪੇਅਰ ਕਰਵਾ ਸਕਦੇ ਹਾਂ। ਸੋ ਬੇਸਿਕ ਐਨਾਲੋਜੀ ਨਿਊਕਲੀਅਰ ਮਾਡਲਸ ਦੇ ਵਿੱਚ ਲਿਕੁਇਡ ਡ੍ਰੌਪ ਮਾਡਲ ਤੋਂ ਆਉਂਦੀ ਹੈ। ਸੋ ਪਹਿਲੀ ਪ੍ਰੋਪਰਟੀ ਜਿਹੜੀ ਉਹਨਾਂ ਨੂੰ ਇੱਕ ਰਿਲੇਟ ਕਰਦੀ ਹੈ, ਸਰਫੇਸ ਟੈਂਸ਼ਨ ਹੈ ਐਕਟਿੰਗ ਟੁਵਾਰਡਸ ਦੀ ਸੈਂਟਰ ਆਫ ਦੀ ਲਿਕੁਇਡ ਡ੍ਰੌਪ ਰਿਸਪੋਂਸਿਬਲ ਫॉर ਸਫੈਰੀਕਲ ਸ਼ੇਪ ਆਫ ਦੀ ਲਿਕੁਇਡ ਡ੍ਰੌਪ। ਸੋ ਇਸ ਕਰਕੇ ਜਿਹੜਾ ਕਿਉਂਕਿ ਸਫੈਰੀਕਲ ਸ਼ੇਪ ਆ ਨਿਊਕਲੀਅਸ ਦੀ ਜਿਹੜੀ ਹੁੰਦੀ ਹੈ ਸਰਫੇਸ ਟੈਂਸ਼ਨ ਕਰਕੇ ਇਹਨੂੰ ਆਪਾਂ spherical shape of nucleus ਦੇ ਨਾਲ ਕੰਪੇਅਰ ਕਰ ਸਕਦੇ ਹਾਂ। ਸੋ ਡੈਂਸਿਟੀ ਆਫ spherical drop ਜਿਹੜੀ ਮੋਸਟ ਇੰਪੋਰਟੈਂਟ ਪ੍ਰੋਪਰਟੀ ਹੈ, density of spherical shape spherical drop is independent of its volume। तो ਜਿਹੜੀ liquid drop ਜਿਹੜੀ ਹੈ ਉਹਦੀ density volume ਤੋਂ independent ਹੁੰਦੀ ਹੈ, ਇਹ molecules ਦੇ ਉੱਪਰ depend ਕਰਦੀ ਹੈ, ਉਹਦੀ packing fraction ਦੇ ਉੱਪਰ depend ਕਰੇਗੀ। So it is dependent on the type of liquid। So ਇਹ liquid ਦੀ type ਉੱਪਰ depend ਕਰੇਗੀ। So nuclear density is also found to be independent of nuclear volume। ਇਹ ਆਪਾਂ find out ਕਰ ਚੁੱਕੇ ਹਾਂ ਕਿ all the nuclear charge ਜਿਹੜਾ ਹੈ, ਜਿੰਨੇ ਵੀ ਅਗਰ ਮਾਸ ਨੰਬਰ को वेरी भी कर ਲਈਏ ਤਾਂ ਉਹਦੀ nuclear density ਹੈ ਉਹ 10⁻20 ਦੇ ਅਰਾਊਂਡ ਨੇੜੇ ਐਗਜ਼ਿਸਟ ਕਰਦੀ ਹੈ। तो तीसरी नॉलेज ਜਿਹੜੀ ਹੈ ਮੋਲੀਕਿਊਲਸ ਆਫ ਅ ਲਿਕੁਇਡ ਆਰ ਇਨ ਕੰਟੀਨਿਊਅਲ ਰੈਂਡਮ ਮੋਸ਼ਨ। ਸੋ ਮੋਲੀਕਿਊਲ ਜਿਹੜੇ ਆ ਲਿਕੁਇਡ ਦੇ ਰੈਂਡਮ ਮੋਸ਼ਨ ਦੇ ਵਿੱਚ ਅਕਰ ਕਰਦੇ ਆ। ਸੇਮ ਥਿੰਗ ਹੈਪਨ ਹੁੰਦੀ ਹੈ ਨਿਊਕਲੀਅਸ ਦੇ ਨਾਲ। ਨਿਊਕਲੀਅਸ ਕੀ ਹੈ, ਨਿਊਕਲੀਅਰ ਐਕਸ਼ਨ ਕੈਰੀ ਆਊਟ ਕਰ ਸਕਦੀ ਹੈ, ਬੀਟਾ ਡਿਕੇ ਹੋ ਸਕਦਾ ਹੈ, ਅਲਫਾ ਡਿਕੇ ਹੋ ਸਕਦਾ ਹੈ। ਤਾਂ ਇਸ ਕਰਕੇ ਜਿਹੜੇ ਮੋਲੀਕਿਊਲਸ ਹਨ ਉਹਨੂੰ ਆਪਾਂ ਨਿਊਕਲੀਅਰ ਦੇ ਨਾਲ, ਨਿਊਕਲੀਅਰ ਸ਼ੇਪ ਦੇ ਨਾਲ ਕੰਪੇਅਰ ਕਰ ਸਕਦੇ ਹਾਂ। ਸੋ ਇਹਨਾਂ ਨੇ ਆਪਾਂ ਕੁਛ ਨਾ ਕੁਛ ਸ਼ੇਪ ਦਿੱਤੀਆਂ ਹੋਈਆਂ, ਮਾਡਰਨ ਦੀ ਬੁੱਕ ਦੇ ਵਿੱਚ ਕੁਛ ਨਾ ਕੁਛ ਸ਼ੇਪ ਬਣਾਈਆਂ ਹੋਈਆਂ। ਨਿਊਕਲੀਅਰ ਫਿਸ਼ਨ ਐਕਸਪਲੇਨੇਸ਼ਨ ਜਿਹੜੀ ਹੈ ਉਹ ਅੱਗੇ ਆਏਗੀ, ਲੇਕਿਨ ਇਹ ਬੇਸਿਕਲੀ ਜਿਹੜੀ ਸ਼ੇਪ ਹੈ ਜਿਹੜਾ ਨਿਊਕਲੀਅਸ ਹੈ ਰੈਂਡਮ ਮੋਸ਼ਨ ਅਕਰ ਕਰਨਗੇ, ਉਹਦੀ ਸ਼ੇਪ ਪ੍ਰੋਲੇਟ ਹੋ ਸਕਦੀ ਹੈ, ਓਬਲੇਟ ਹੋ ਸਕਦੀ ਹੈ, ਫਿਰ ਸਪੈਰੀਕਲ ਜਾਂ ਨਿਊਕਲੀਅਰ ਵਾਈਬ੍ਰੇਸ਼ਨ ਜਿਹੜੀਆਂ ਜਾਂ ਨਿਊਕਲੀਅਰ ਆਸੀਲੇਸ਼ਨਸ ਹੈ ਉਹਨਾਂ ਨੂੰ ਅਕਰ ਹੁੰਦਾ ਦਿਖਾਇਆ ਗਿਆ ਹੈ। ਸੋ ਜਸਟ ਲਾਈਕ ਲਿਕੁਇਡ ਡ੍ਰੌਪ ਤੁਹਾਡੀ ਨਿਊਕਲੀਅਰ ਜਿਹੜਾ ਮਟੀਰੀਅਲ ਹੈ ਉਹਨੂੰ ਲਿਕੁਇਡ ਦੇ ਨਾਲ ਕੰਪੇਅਰ ਕੀਤਾ ਜਾ ਸਕਦਾ ਹੈ, ਜਸਟ ਲਾਈਕ ਅ ਲਿਕੁਇਡ ਡ੍ਰੌਪ। ਉਸ ਤੋਂ ਅੱਗੇ ਆਂਦਾ ਬੇਟਾ ਨਿਊਕਲੀਅਸ ਕੈਨ ਬੀ ਐਕਸਾਈਟਡ ਐਂਡ ਲਾਈਕ ਅ ਲਿਕੁਇਡ ਡ੍ਰੌਪ ਕੈਨ ਆਲਸੋ ਵਾਈਬ੍ਰੇਟ। ਤੋਂ ਇਹ ਦਿਖਾਇਆ ਗਿਆ ਕਿ ਵਾਈਬ੍ਰੇਸ਼ਨਸ ਪੋਸੀਬਲ ਹੈ, ਐਕਸਾਈਟ ਕੀਤਾ ਜਾ ਸਕਦਾ ਹੈ। ਸੋ ਨਿਊਕਲੀਅਰ ਫੋਰਸਿਸ ਨੂੰ ਆਪਾਂ ਕੀ ਕਰ ਸਕਦੇ ਹਾਂ ਬੇਟਾ, ਨਿਊਕਲੀਅਰ ਫੋਰਸਿਸ ਐਂਡ ਸਰਫੇਸ ਟੈਂਸ਼ਨ ਨੂੰ ਆਪਾਂ ਇੱਕ ਦੂਸਰੇ ਦੇ ਨਾਲ ਕੰਪੇਅਰ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਰੀਸਟੋਰ ਨਿਊਕਲੀਅਸ ਟੂ ਇਟਸ ਓਰੀਜਨਲ ਸਟੇਟ, ਸੋ ਇਹਦੀ ਗੱਲ ਕਰਾਂਗੇ। ਇਲੈਕਟ੍ਰੋਸਟੈਟਿਕ ਰਿਪਲਸ਼ਨ ਨਾਟ ਅਬਜ਼ਰਵਡ ਇਨ ਲਿਕੁਇਡਸ ਬਟ ਇਨ ਨਿਊਕਲੀਅਸ। ਸੋ ਇਹਨਾਂ ਦੋ ਲਿਕੁਇਡ ਡ੍ਰੌਪ ਐਂਡ ਜਿਹੜਾ ਨਿਊਕਲੀਅਸ ਹੈ, ਨਿਊਕਲੀਅਰ ਮਟੀਰੀਅਲ ਹੈ, ਉਹਨਾਂ ਦੋਨਾਂ ਦੇ ਵਿਚਕਾਰ ਇੱਕ ਹੀ ਪ੍ਰੋਬਲਮ ਹੋਏਗੀ, ਇੱਕ ਹੀ ਫਰਕ ਹੋਏਗਾ ਕਿ ਆਪਣੇ ਕੋਲ ਜਿਹੜਾ ਇਲੈਕਟ੍ਰੋਸਟੈਟਿਕ ਮਟੀਰੀਅਲ ਹੈ, ਜਿਹੜਾ ਨਿਊਕਲੀਅਸ ਹੈ, ਨਿਊਕਲੀਅਸ ਦੇ ਅੰਦਰ ਪ੍ਰੋਟੋਨਸ ਐਗਜ਼ਿਸਟ ਕਰਦੇ ਆ। ਸੋ ਪ੍ਰੋਟੋਨਸ ਤੁਹਾਡੇ ਪੋਜ਼ਿਟਿਵਲੀ ਚਾਰਜ ਹੋਣਗੇ, ਜਿਸ ਦੇ ਵਿਚਕਾਰ ਇਲੈਕਟ੍ਰੋਸਟੈਟਿਕ ਰਿਪਲਸ਼ਨ ਆਏਗੀ, ਜਿਹੜੀ ਕਿ ਲਿਕੁਇਡ ਦੇ ਵਿੱਚ ਐਸ ਸੱਚ ਅਵੇਲੇਬਲ ਨਹੀਂ ਹੋਏਗੀ। ਕੁਝ ਅਦਰ ਫਾਰਮਸ ਹੋ ਸਕਦੀ ਹੈ, ਵੈਨ ਡਰ ਵਾਲ ਫੋਰਸਿਸ ਹੋ ਸਕਦੀ ਹੈ ਜਾਂ ਆਇਨਿਕ ਫੋਰਸਿਸ ਹੋ ਸਕਦੀਆਂ, ਜਿਹੜੀਆਂ ਕਿ ਤੁਹਾਨੂੰ ਦਿਖਾਇਆ ਜਾ ਸਕਦਾ ਹੈ। ਸੋ ਡਿਸਟੋਰਸ਼ਨ ਆਫ ਦੀ ਨਿਊਕਲੀਅਸ, ਇਹ ਫਿਸ਼ਨ ਦਾ ਮੈਕੈਨਿਜ਼ਮ ਦਿਖਾਇਆ ਹੋਇਆ। ਇੱਕ ਨਿਊਕਲੀਅਸ ਹੈ ਉਹ ਕੀ ਹੈ, ਅਗਰ ਅਨਸਟੇਬਲ ਹੈ ਤਾਂ ਕੀ ਕਰ ਸਕਦਾ ਹੈ, ਉਹਦੀ ਡੈਂਸਿਟੀ ਡਿਸਟ੍ਰੀਬਿਊਸ਼ਨ ਵੇਰੀ ਕਰ ਸਕਦੀ ਹੈ। ਇਟ ਕੈਨ ਗਿਵ ਰਾਈਜ਼ ਟੂ ਜਿਸ ਤਰ੍ਹਾਂ ਬਾਇਓਲੋਜੀ ਦੇ ਵਿੱਚ ਸੈਲਸ ਹੁੰਦੇ, ਸੈਲ ਡਿਵਾਈਡ ਕਰਦੇ ਆ, ਇਸ ਤਰ੍ਹਾਂ ਜਿਹੜਾ ਨਿਊਕਲੀਅਸ ਹੈ, ਨਿਊਕਲੀਅਸ ਆਪਣੇ ਦੋ ਨਿਊਕਲੀਅਸ ਨੂੰ ਗਿਵ ਰਾਈਜ਼ ਕਰ ਸਕਦਾ ਹੈ। ਉਸ ਤੋਂ ਬਾਅਦ ਨਿਊਕਲੀਅਸ ਜਿਹੜੇ ਹੈ ਉਹਨਾਂ ਦੀ ਡੈਂਸਿਟੀ ਡਿਸਟ੍ਰੀਬਿਊਸ਼ਨ ਅਪਾਰਟ ਹੋ ਸਕਦੀ ਹੈ ਐਂਡ ਐਟ ਦੀ ਐਂਡ ਉਹ ਇੱਕ ਦੂਸਰੇ ਤੋਂ ਸੈਪਰੇਟ ਆਊਟ ਹੋ ਜਾਂਦੇ ਆ। ਸੋ ਇਹ ਐਵੋਲੂਸ਼ਨ ਆਫ ਦੀ ਨਿਊਕਲੀਅਰ ਫਿਸ਼ਨ ਮੈਕੈਨਿਜ਼ਮ ਹੈ। ਸੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਅਨਸਟੇਬਲ ਨਿਊਕਲੀਅਸ, ਉਸ ਤੋਂ ਬਾਅਦ ਜਿਹੜੀ ਡੈਂਸਿਟੀ ਡਿਸਟ੍ਰੀਬਿਊਸ਼ਨ ਹੈ ਵੇਰੀ ਕਰਨ ਲੱਗਦੀ ਹੈ ਐਂਡ ਅਲਟੀਮੇਟਲੀ ਤੁਹਾਡੇ ਕੋਲ ਦੋ ਸੈਪਰੇਟ ਨਿਊਕਲੀਆਈ ਐਗਜ਼ਿਸਟ ਕਰਦੇ ਆ।
तो जस्ट लाइक यूरेनियम है, यूरेनियम ਤੁਹਾਡਾ ਕ੍ਰਿਪਟੋਨ ਐਂਡ ਬੇਰੀਅਮ ਦੇ ਵਿੱਚ ਟੁੱਟ ਸਕਦਾ ਹੈ, ਉਸ ਤਰ੍ਹਾਂ ਦਾ ਕੁਝ ਨੌਲੇਜ ਬਣਾਈ ਹੋਈ ਹੈ। ਸੋ ਜਿਹੜਾ ਮੇਨ ਟੌਪਿਕ ਹੈ ਦੈਟ ਇਜ਼ ਲਿਕੁਇਡ ਡ੍ਰੌਪ ਮਾਡਲ। ਇਹ ਇੰਪੋਰਟੈਂਟ ਟੌਪਿਕ ਹੈ ਬੇਟਾ, ਇਹ ਐਸਐਚ ਆਰਟੀਕਲ ਫਾਰਮ ਦੇ ਵਿੱਚ ਜ਼ਿਆਦਾਤਰ ਆਉਂਦਾ ਹੈ। ਸੋ ਇਹ ਨੀਲਸ ਬੋਹਰ ਨੇ ਪ੍ਰਪੋਜ਼ ਕੀਤਾ ਸੀ, ਇਟ ਵਾਸ ਵਨ ਆਫ ਦੀ अर्ਲੀਐਸਟ ਮਾਡਲਸ ਆਫ ਨਿਊਕਲੀਅਸ ਐਂਡ ਇਟ ਕੈਨ ਸਕਸੈਸਫੁਲੀ ਐਕਸਪਲੇਨ ਦੀ ਫੀਨੋਮੀਨਾ ਆਫ ਨਿਊਕਲੀਅਰ ਫਿਸ਼ਨ। ਸੋ ਇਸ ਨੂੰ ਇਹ ਨਿਊਕਲੀਅਰ ਫਿਸ਼ਨ ਨੂੰ ਪ੍ਰੋਪਰਲੀ ਐਕਸਪਲੇਨ ਕਰ ਸਕਦਾ ਹੈ। So in this model nucleus is regarded analogous to liquid drop। ਇਹ ਆਪਾਂ already ਗੱਲ ਕਰ ਚੁੱਕੇ ਹਾਂ ਕਿ liquid drop ਜਿਹੜੀ ਹੈ nucleus material ਦੇ ਨਾਲ ਆਪਾਂ ਕੰਬਾਈਨ ਕਰ ਸਕਦੇ ਹਾਂ। So basis of this model ਕੀ ਹੈ, molecules in a liquid are held together by short range intermolecular forces known as cohesive forces। ਜਿਹੜੇ nucleus ਦੇ ਸੌਰੀ liquid ਦੇ ਅੰਦਰ ਜਿਹੜੀਆਂ forces ਹੈ cohesive forces ਹੁੰਦੀਆਂ, short range ਹੁੰਦੀਆਂ, ਇਹਨਾਂ ਨੂੰ ਆਪਾਂ ਕੰਪੇਅਰ ਕਰ ਸਕਦੇ ਹਾਂ nuclear forces ਦੇ ਨਾਲ ਜਿਹੜੀਆਂ ਕਿ short range ਹੁੰਦੀਆਂ, just like ਫੈਕਟੋਮੀਟਰ ਦੀ ਰੇਂਜ ਦੇ ਵਿੱਚ ਹੀ nuclear forces exist ਕਰਨਗੀਆਂ। So it is basically analogous to holding together of nucleus in the stable nucleus by short range nuclear forces। तो ये चीज मैं already दस देती है। So nuclear forces ਨੂੰ ਗਵਰਨ ਕਰਨ ਦੇ ਲਈ liquid drop model ਜਿਹੜਾ ਬਣਾਇਆ ਹੋਇਆ ਹੈ ਉਹਦੇ ਵਿੱਚ basic assumptions ਕੀ ਲਈਆਂ ਹੋਈਆਂ। So ਇਹ ਜ਼ਿਆਦਾ ਇੰਪੋਰਟੈਂਟ ਹੈ। So all nuclei are considered to behave like incompressible liquid drop। मतलब कि ਜਿਹੜੇ nuclei ਹੈ ਉਹਨਾਂ ਨੂੰ liquid drop ਦੇ ਨਾਲ ਕੰਪੇਅਰ ਕੀਤਾ ਜਾ ਸਕਦਾ, ਪਹਿਲੀ assumption ਹੈ ਜੀ। ਉਸ ਤੋਂ ਬਾਅਦ दूसरी assumption बनी हुई है कि nucleus is spherical shape but due to symmetrical tension forces। so ਜਿਹੜੀ tension surface tension like of forces ਹੁੰਦੀਆਂ liquid drop ਦੇ ਵਿੱਚ, ਉਸੇ ਤਰ੍ਹਾਂ nucleus ਦੇ ਅੰਦਰ ਵੀ surface tension ਨਾਲ ਦੀ ਕੋਈ ਚੀਜ਼ ਹੋ ਸਕਦੀ ਹੈ ਜਿਹੜੀ ਕਿ ਇਹਨੂੰ spherical ਬਣਾਵੇ। तीसरी चीज है बेटा, तीसरा पॉइंट है एज द लिक्विड इज इनकम्प्रेसिबल। अगर जिस तरह लिक्विड थोड़ा इनकम्प्रेसिबल एग्जिस्ट करता है सो इट डेंसिटी इज कांस्टेंट एंड इंडिपेंडेंट ऑफ द साइज। तो ਜਿਹੜੀ ਚੀਜ਼ ਆਪਾਂ ਨੂੰ ਆਲਰੇਡੀ ਪਤਾ ਹੈ, ਆਪਾਂ ਇਹ ਐਜ਼ ਸੱਚ ਅਸੰਪਸ਼ਨ ਲੈ ਕੇ ਚੱਲਦੇ ਕਿ ਜਿਹੜਾ ਨਿਊਕਲੀਅਸ ਹੈ ਉਹਦੀ ਜਿਹੜੀ ਡੈਂਸਿਟੀ ਹੈ ਉਹ ਕਾਂਸਟੈਂਟ ਹੋਣੀ ਚਾਹੀਦੀ ਹੈ ਜਿਹੜੀ ਕਿ ਐਕਚੁਅਲ ਦੇ ਵਿੱਚ ਐਗਜ਼ਿਸਟ ਕਰਦੀ ਹੈ। So ਉਸ ਤੋਂ ਬਾਅਦ ਬੇਟਾ nucleus move inside spherical enclosure called potential barrier like the movement of molecules in spherical liquid drop। ਜਿਸ ਤਰ੍ਹਾਂ molecules liquid drop ਦੇ ਅੰਦਰ move ਕਰਦੇ ਆ ਉਸੇ ਤਰ੍ਹਾਂ nucleus ਜਿਹੜੇ ਆ nucleus ਦੇ ਅੰਦਰ potential barrier ਜਿਹੜਾ exist ਕਰਦਾ ਹੈ ਉਹਦੇ ਵਿੱਚ move ਕਰਨਗੇ ਐਂਡ ਉਹ ਬਾਹਰ ਨਹੀਂ ਆ ਸਕਦੇ as such। ਪੰਜਵਾਂ point ਹੈ ਬੇਟਾ binding energy per nucleon is constant just as latent heat of vaporization is constant। so liquid ਦੇ ਕੇਸ ਵਿੱਚ ਕੀ ਹੁੰਦਾ, latent heat of vaporization ਹੁੰਦੀ ਹੈ, ठीक है जी। उस केस ਦੇ ਵਿੱਚ ਆਪਣੇ ਕੋਲ ਨਿਊਕਲੀਅਸ ਦੇ ਕੇਸ ਵਿੱਚ ਕੀ ਹੈ, ਬਾਈਂਡਿੰਗ એનર્ਜੀ ਪਰ ਨਿਊਕਲੀਅਨ ਹੈ, ਇਹਨਾਂ ਦੋਨੋਂ ਨੂੰ ਇੱਕ ਦੂਸਰੇ ਨਾਲ ਰਿਲੇਟ ਕੀਤਾ ਗਿਆ ਹੈ। ਛੇਵਾਂ ਪੁਆਇੰਟ ਹੋ ਗਿਆ ਆਪਣੇ ਕੋਲ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਜਿਹੜਾ ਹੈ ਇਜ਼ ਪ੍ਰੋਪੋਰਸ਼ਨਲ ਟੂ ਦੀ ਮਾਸ ਨੰਬਰ A ਜਸਟ ਐਜ਼ એનર્ਜੀ ਇਜ਼ ਰਿਕੁਆਇਰਡ ਟੂ ਐਵਪੋਰੇਟ ਅ ਲਿਕੁਇਡ ਐਂਡ ਇਜ਼ ਪ੍ਰੋਪੋਰਸ਼ਨਲ ਟੂ ਇਟਸ ਮਾਸ। ਸੋ ਇਹ ਲਿਟਡ ਹੀਟ ਦਾ ਕਨਸੈਪਟ ਹੀ ਹੈ, ਜਿਸ ਦਾ ਬਾਈਂਡਿੰਗ એનર્ਜੀ ਪ੍ਰੋਪੋਰਸ਼ਨਲ ਹੈ ਮਾਸ ਤੇ, ਉਸੇ ਤਰ੍ਹਾਂ ਲਿਟਡ ਹੀਟ ਵੀ ਮਾਸ ਤੇ ਪ੍ਰੋਪੋਰਸ਼ਨਲ ਹੋਏਗੀ। ਸੋ ਉਸ ਤੋਂ ਬਾਅਦ ਕੀ ਹੈ ਸੈਮੀ ਇੰਪੀਰੀਕਲ ਮਾਸ ਫਾਰਮੂਲਾ। ਸੋ ਬਾਈਂਡਿੰਗ એનર્ਜੀ ਨੂੰ ਡਿਪਿਕਟ ਕਰਨ ਦੇ ਲਈ ਨਿਊਕਲੀਅਰ ਫਿਜ਼ਿਕਸ ਦੇ ਵਿੱਚ ਅਗਰ ਨਿਊਕਲੀਅਰ ਫੋਰਸਿਸ ਦੀ ਗੱਲ ਹੋਵੇ ਤਾਂ ਬਾਈਂਡਿੰਗ એનર્ਜੀ ਦੀ ਗੱਲ ਹੀ ਨਾ ਹੋਵੇ ਤਾਂ ਕਦੀ ਹੋ ਨਹੀਂ ਸਕਦਾ। ਸੋ ਨਿਊਕਲੀਅਰ ਫੋਰਸਿਸ ਦੀ ਜਿਹੜੀ ਮੇਨ ਪ੍ਰੋਪਰਟੀ ਹੈ ਉਹ ਬਾਈਂਡਿੰਗ એનર્ਜੀ ਆਉਂਦੀ ਹੈ, ਬਿਕਾਜ਼ ਨਿਊਕਲੀਅਸ ਨੂੰ ਇਕੱਠਾ ਰੱਖਣਾ ਬਹੁਤ ਜ਼ਰੂਰੀ ਹੈ। प्रोटोन एंड प्रोटोन ਦੇ ਵਿੱਚ ਰਿਪਲਸ਼ਨ ਹੈ, ਨਿਊਟਰਨ ਆਪਣੇ ਇੱਕ ਦੂਸਰੇ ਨਾਲ ਗੱਲ ਨਹੀਂ ਕਰਦੇ, ਅਨਚਾਰਜਡ ਹੈ, ਤਾਂ ਉਹਨਾਂ ਨੂੰ ਟੈਕਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਬਾਈ ਯੂਜ਼ਿੰਗ ਆਫ ਸਮ ਸੌਰਟ ਆਫ ਫੋਰਸ ਦੈਟ ਇਜ਼ ਇਨ ਦੀ ਫਾਰਮ ਆਫ ਬਾਈਂਡਿੰਗ એનર્ਜੀ, ਜਿਹੜੀ ਉਹਨਾਂ ਨੂੰ ਜਸਟ ਲਾਈਕ ਗਲੂ, ਇੱਕ ਗਲੂ ਦੀ ਤਰ੍ਹਾਂ ਉਹਨਾਂ ਨੂੰ ਐਕਟ ਕਰੇਗੀ ਜਿਹੜੀ ਇਹਨਾਂ ਨੂੰ ਬੰਨ ਕੇ ਰੱਖੇ। ਸੋ ਬਾਈਂਡਿੰਗ એનર્ਜੀ ਜਿਹੜੀ ਹੈ, ਬਾਈਂਡਿੰਗ એનર્ਜੀ ਦਾ ਫਾਰਮੂਲਾ ਆਪਾਂ ਲਾਸਟ ਟਾਈਮ ਦੇਖ ਚੁੱਕੇ ਹਾਂ। ਬਾਈਂਡਿੰਗ એનર્ਜੀ ਇੱਕ ਥਿਓਰੈਟਿਕ ਕੀ ਹੋਏਗੀ, ਥਿਓਰੈਟਿਕਲ ਐਂਡ ਐਕਸਪੈਰੀਮੈਂਟਲ ਮਾਸ ਲਿਮਿਟ ਜਿਹੜੀ ਦਿੱਤੀ ਹੋਈ ਹੈ ਉਹਨਾਂ ਵਿਚਕਾਰ ਜਿੰਨਾ ਡਿਫਰੈਂਸ ਹੋਏਗਾ, ਜਿੰਨਾ ਮਾਸ ਦਾ ਐਕਚੁਅਲ ਫਾਰਮੂਲੇ ਤੋਂ ਡਿਫਰੈਂਸ ਹੋਏਗਾ, ਉਹ ਜਿਹੜਾ એનર્ਜੀ ਹੈ ਉਹ ਬਾਈਂਡਿੰਗ એનર્ਜੀ ਦੀ ਫਾਰਮ ਵਿੱਚ ਹੋਏਗੀ ਜਸਟ ਲਾਈਕ ਗਲੂ। ठीक है जी। सो ਇਹਦੇ ਵਿੱਚ ਮਾਸ ਆਫ ਨਿਊਕਲੀਅਸ ਸੈਪਰੇਟ ਆਊਟ ਕੀਤਾ ਜਾਵੇ ਤਾਂ c² ਕੀ ਹੋਏਗਾ, b ਦੇ ਡਿਵਾਈਡ ਬਾਈ c² ਆ ਜਾਏਗਾ। ਮਾਸ ਆਫ ਨਿਊਕਲੀਅਸ ਵਨ ਸਾਈਡ ਰਹਿ ਜਾਏਗਾ, ਬਾਕੀ ਸਾਰਾ ਪਾਰਟ ਦੂਸਰੀ ਸਾਈਡ ਚਲਾ ਜਾਏਗਾ। ਸੋ ਮਾਸ ਆਫ ਦੀ ਨਿਊਕਲੀਅਸ ਕੈਨ ਬੀ ਡਿਡਿਊਸਡ ਫਰਮ ਦਿਸ ਫਾਰਮੂਲਾ। ਇਹਨੂੰ ਆਪਾਂ ਕਹਿੰਦੇ ਬੇਟਾ ਸੈਮੀ ਇੰਪੀਰੀਕਲ ਮਾਸ ਫਾਰਮੂਲਾ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਮਿਸਿੰਗ ਕੀ ਹੈ ਬੇਟਾ, ਆਪਾਂ ਨੂੰ ਨੰਬਰ ਆਫ ਪਾਰਟੀਕਲਸ ਪਤਾ ਹੈ, नंबर ऑफ प्रोटॉन्स पता है, नंबर ऑफ न्यूट्रॉन्स पता है, मास ऑफ वन न्यूक्लियन प्रोटॉन एंड न्यूट्रॉन दोनों ही पता है। अपने को मिसिंग की है बेटा इथे बाइंडिंग एनर्जी। सो बाइंडिंग एनर्जी केड़ी-केड़ी चीज के ऊपर डिपेंड करेगी, वो अपन लिक्विड ड्रॉप मॉडल तो स्टडी कर सकते हैं। सो बाइंडिंग एनर्जी जड़ी है बेटा वो पांच चीजों के ऊपर डिपेंड करती है। सब तो पहला वॉल्यूम, सरफेस, कूलम एनर्जी, उस तो बाद एसिमेट्री एनर्जी होती है एंड उस तो बाद ਤੁਹਾਡੇ ਕੋਲ पेयरिंग एनर्जी आती है। तो पांच टर्म्स ਹੁੰਦੀ ਹੈ ਜਿਹੜੀਆਂ ਕਿ वन बाय वन ਆਪਾਂ डिस्कस ਕਰਾਂਗੇ। ਸੋ ਜਿੰਨਾ ਅੱਜ ਹੋ ਸਕਿਆ ਆਪਾਂ ਉਹਨਾਂ ਕਰਾਂਗੇ, ਬਾਕੀ ਚੀਜ਼ਾਂ ਆਪਾਂ ਨੈਕਸਟ ਟਾਈਮ ਟਰਾਈ ਕਰਾਂਗੇ। सो वॉल्यूम एनर्जी ਆਪਾਂ सब तो पहली गल है। सो न्यूक्लियस की है बेटा एक लिक्विड ड्रॉप की तरह एक्ट करता है। सो ਇਹਦਾ ਇੱਕ ਪਾਰਟਿਕੂਲਰ ਵੋਲਿਊਮ ਹੋਏਗਾ। ਸੋ ਇਹਦੇ ਵਿੱਚ ਸਾਰੇ ਦੇ ਸਾਰੇ ਨਿਊਕਲੀਅਨ ਡਿਸਟ੍ਰੀਬਿਊਟ ਹੋਣਗੇ ਤਾਂ ਆਪਾਂ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਨੂੰ ਕਿਹਦੇ ਨਾਲ ਰਿਲੇਟ ਕਰ ਸਕਦੇ ਹਾਂ, ਇਹਦੇ ਨੰਬਰ ਆਫ ਨਿਊਕਲੀਅਸ ਦੇ ਨਾਲ ਰਿਲੇਟ ਕੀਤਾ ਜਾ ਸਕਦਾ ਹੈ। ਸੋ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਜਿਹੜੀ ਹੈ
जिस तरह लिक्विड ड्रॉप है उसी तरह पर बाइंडिंग एनर्जी पर न्यूक्लियन के केस विच एक कांस्टेंट एग्जिस्ट करेगी और अब वी कैन सिंपली से कि अपने को ਜਿਹੜੇ नंबर ऑफ न्यूक्लियस है वो ਤੁਹਾਡੀ ਬਾइंडिंग एनर्जी ਨੂੰ ਗਵਰਨ ਕਰਾਣਗੇ। ਸਿੰਪਲ ਪ੍ਰਿੰਸੀਪਲ ਹੈ, ਜਿੰਨਾ ਜ਼ਿਆਦਾ ਵੋਲਿਊਮ ਹੋਏਗਾ ਉਨੇ ਨੰਬਰ ਆਫ ਮੋਲੀਕਿਊਲਸ ਹੋਣਗੇ, ਉਹਦੇ ਕੰਪੈਰੀਟਿਵ ਉਹਦੇ ਰਿਲੇਟਡ ਤੁਹਾਡੀ ਕੋ ਬਾइंडिंग एनर्जी ਆਏਗੀ। ਸੋ ਬਾइंडिंग एनर्जी ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਮਾਸ ਨੰਬਰ, ਇਹਦੇ ਵਿੱਚ ਕੋਈ ਜ਼ਿਆਦਾ ਗੱਲ ਕਰਨ ਵਾਲੀ ਲੋੜ ਨਹੀਂ ਹੈ, ਇਹ ਸਿੰਪਲ ਜਿਹਾ ਕਨਸੈਪਟ ਹੈ। ਸੋ ਪ੍ਰੋਪੋਰਸ਼ਨਲਿਟੀ ਦਾ ਸਾਈਨ ਹਟਾਓਗੇ ਬੇਟਾ ਤਾਂ ਆਪਣੇ ਕੋਲ ਇੱਕ ਕਾਂਸਟੈਂਟ ਆਏਗਾ ਦੈਟ ਇਜ਼ A of V। ਤਾਂ ਇਹ ਸਿੰਪਲ ਕਾਂਸਟੈਂਟ ਹੈ, ਇਹਨੂੰ ਐਕਸਪੈਰੀਮੈਂਟਲੀ ਤੁਸੀਂ ਡਿਟਰਮਾਈਨ ਕਰ ਸਕਦੇ ਹੋ, ਇਹਦੀਆਂ ਵੈਲਿਊਜ਼ ਵਗੈਰਾ ਵੀ ਐਟ ਦੀ ਐਂਡ ਦਿੱਤੀਆਂ ਹੋਈਆਂ। ਸੋ ਦੂਸਰੀ ਗੱਲ ਜਿਹੜੀ ਇੰਪੋਰਟੈਂਟ ਆਉਂਦੀ ਹੈ ਕਿ ਤੁਸੀਂ ਵੋਲਿਊਮ ਤਾਂ ਸਟੱਡੀ ਕਰ ਲਿਆ, ਸੋ ਆਪਾਂ ਮੰਨ ਕੇ ਚੱਲੇ ਸੀ ਕਿ ਅਗਰ ਸੈਂਟਰ ਦੇ ਵਿੱਚ ਕੋਈ ਮੋਲੀਕਿਊਲ ਪਿਆ ਹੋਇਆ ਹੈ ਵੋਲਿਊਮ એનર્ਜੀ ਫਾਈਂਡ ਆਊਟ ਕਰਨ ਦੇ ਲਈ ਤਾਂ ਉਹਦੀ ਆਰਾਂਡ ਕਮਾਂਡ ਸਾਰੇ ਇੱਕੋ ਜਿਹੇ ਹੋਣਗੇ। ਅਗਰ ਕੋਈ ਸਰਫੇਸ ਤੇ ਮੋਲੀਕਿਊਲ ਪਿਆ ਹੋਇਆ ਤਾਂ ਉਹਨੂੰ ਵੀ ਸਾਰੇ ਪਾਸਿਓਂ ਇੱਕੋ ਜਿਹੀ ਫੋਰਸਿਸ ਲੱਗਣਗੀਆਂ, ਉਹਦੇ ਕੋਈ ਭੇਦਭਾਵ ਨਹੀਂ ਹੋਏਗਾ, ਮਤਰੇਈ ਮਾਂ ਵਾਲਾ ਵਿਵਹਾਰ ਉਹਦੇ ਨਾਲ ਨਹੀਂ ਹੋਏਗਾ। ਲੇਕਿਨ ਹੁਣ ਇੱਥੇ ਪ੍ਰੋਬਲਮ ਆ ਜਾਂਦੀ ਹੈ ਕਿ ਅਗਰ ਕੋਈ ਸੈਂਟਰ ਦੇ ਵਿੱਚ ਨਿਊਕਲੀਅਮ ਪਿਆ ਹੋਇਆ ਤਾਂ ਉਹਦੇ ਅਰਾਊਂਡ ਜਿਹੜੇ ਨੰਬਰ ਆਫ ਮੋਲੀਕਿਊਲਸ ਹੋਣਗੇ ਜਾਂ ਨੰਬਰ ਆਫ ਨਿਊਕਲੀਅਸ ਹੋਣਗੇ ਉਹ ਸਾਰੇ ਦੇ ਸਾਰੇ ਇੱਕ ਤਰਤੀਬ ਦੇ ਵਿੱਚ ਲੱਗੇ ਹੋਣਗੇ। ਲੇਕਿਨ ਜਿਹੜਾ ਐਟ ਦੀ ਸਰਫੇਸ ਮੋਲੀਕਿਊਲ ਪਿਆ ਹੋਇਆ ਉਹ ਆਪਣੇ ਕੋਲ ਉਹਦੇ ਵਿੱਚ ਜਿਹੜਾ ਅਟਰੈਕਸ਼ਨ ਹੈ ਇਟ ਵਿਲ ਬੀ ਟੁਵਾਰਡ ਓਨਲੀ ਦੀ ਇਨਵਰਡ ਸਾਈਡ ਐਂਡ देयर विल बी नो आउटवर्ड साइड। सो आउटसाइड ਦੇ ਉੱਪਰ ਕੋਈ ਅਟਰੈਕਸ਼ਨ ਨਹੀਂ ਹੋਏਗੀ, ਕੋਈ ਨਿਊਕਲੀਅਰ ਫੋਰਸ ਨਹੀਂ ਹੋਏਗੀ, ਸਿਰਫ ਤੇ ਸਿਰਫ ਜਿਹੜੀ ਨਿਊਕਲੀਅਰ ਇੰਟਰੈਕਸ਼ਨ ਹੈ ਉਹ ਵਨ ਸਾਈਡ ਦੇ ਉੱਪਰ ਹੀ ਹੋਏਗੀ। ਇਸ ਕਰਕੇ ਜਿਹੜੀ ਨੀਅਰ ਦੀ ਸਰਫੇਸ ਨਿਊਕਲੀਅਸ ਹੋਣਗੇ ਉਹਨਾਂ ਦੇ ਫੋਰਸਿਸ ਘੱਟ ਲੱਗਣਗੀਆਂ ਐਂਡ ਜਿਹੜੇ ਨੀਅਰ ਦੀ ਸੈਂਟਰ ਹੋਣਗੇ ਉਹਨਾਂ ਦੇ ਉੱਪਰ ਫੋਰਸਿਸ ਜ਼ਿਆਦਾ ਲੱਗਣਗੀਆਂ। ਇਸ ਕਰਕੇ ਆਪਣੇ ਕੋਲ ਕੀ ਹੈ ਬਾइंडिंग एनर्जी ਦੇ ਵਿੱਚ ਥੋੜਾ ਜਿਹਾ ਡਿਕਰੀਜ਼ ਆਏਗਾ, ਬਿਕੋਜ਼ ਆਪਾਂ ਪਹਿਲਾਂ ਮੰਨ ਕੇ ਚੱਲੇ ਆ ਕਿ ਅਗਰ ਆਪਣੇ ਕੋਲ ਵੋਲਿਊਮ ਦਿੱਤਾ ਹੋਇਆ ਸਾਰੇ ਮੋਲੀਕਿਊਲਸ ਸੇਮ ਹੈ, ਸਾਰੇ ਨਿਊਕਲੀਅਸ ਸੇਮ ਫੋਰਸਿਸ ਐਕਟ ਕਰਨਗੇ, ਲੇਕਿਨ ਇੱਥੇ ਕੀ ਹੋ ਗਿਆ ਇੱਥੇ ਆਪਣੇ ਕੋਲ ਇੰਟਰੈਕਸ਼ਨ ਘਟ ਗਈ ਤਾਂ એનર્ਜੀ ਵੀ ਘਟ ਜਾਏਗੀ। ਸੋ ਇਸ ਕਰਕੇ ਆਪਣੇ ਕੋਲ ਸਲਾਈਟ ਰਿਡਕਸ਼ਨ ਇਨ ਬਾइंडिंग एनर्जी ਆਪਣੇ ਕੋਲ ਆਏਗਾ ਐਂਡ ਬਾइंडिंग एनर्जी ਕਿਹਦੇ ਪ੍ਰੋਪੋਰਸ਼ਨਲ ਹੋਏਗੀ ਜਿਹੜੀ ਰਿਡਕਸ਼ਨ ਹੋਏਗੀ ਇਟ ਵਿਲ ਬੀ ਕੰਪੇਅਰਡ ਵਿਦ ਦੀ ਸਰਫੇਸ। ਸੋ ਸਰਫੇਸ ਏਰੀਆ ਆਪਾਂ ਨੂੰ ਟੇਕ ਕੇਅਰ ਕਰਨਾ ਪਏਗਾ। ਸਰਫੇਸ ਏਰੀਆ ਕੀ ਹੁੰਦਾ ਬੇਟਾ ਸਫੀਅਰ ਦਾ, ਇਟ ਇਜ਼ 4 pi into r square। ਸਫੀਅਰ ਨਿਊਕਲੀਅਸ ਜਿਹੜਾ ਨਿਊਕਲੀਅਸ ਹੈ ਉਹਦਾ ਰੇਡੀਅਸ ਕੀ ਹੁੰਦਾ ਬੇਟਾ r is equal to r0 a raised to power 1/3 ਸਕੁਅਰ ਹੈ, ਇਸ ਕਰਕੇ ਸਕੁਅਰ ਆ ਜਾਏਗਾ। ਸੋ ਇਹਨੂੰ ਆਪਾਂ ਕੀ ਕਰ ਸਕਦੇ ਬੇਟਾ r0 ਆਪਣਾ ਕੀ ਹੁੰਦਾ ਬੇਟਾ ਕਾਂਸਟੈਂਟ ਹੁੰਦਾ ਹੈ, 4 pi is also a constant, ਇਸ ਕਰਕੇ a raised to power 2/3 ਦੇ ਪ੍ਰੋਪੋਰਸ਼ਨਲ ਹੋ ਜਾਏਗਾ। ਬਾਕੀ ਸਾਰੀਆਂ ਟਰਮਸ ਕਾਂਸਟੈਂਟ ਹੈ, ਇਸ ਕਰਕੇ ਆਪਾਂ ਇਹਨੂੰ a of s ਅਸਿਮੈਟਰੀ ਕਾਂਸਟੈਂਟ ਨੂੰ ਆਪਾਂ ਲੈ ਕੇ ਚੱਲ ਸਕਦੇ ਹਾਂ। ਨੈਗੇਟਿਵ ਸਾਈਨ ਇਸ ਕਰਕੇ ਲਿਖਿਆ ਹੋਇਆ ਬੇਟਾ ਬਿਕੋਜ਼ એનર્ਜੀ ਤੁਹਾਡੀ ਘਟੇਗੀ, ਬਾइंडिंग एनर्जी ਘਟ ਹੋਏਗੀ ਬਿਕੋਜ਼ ਤੁਹਾਡੇ ਕੋਲ ਇੰਟਰੈਕਸ਼ਨਸ ਘਟ ਰਹੀ ਹੈ। ਇਸ ਕਰਕੇ ਆਪਾਂ ਵੋਲਿਊਮ એનર્ਜੀ ਦੇ ਵਿੱਚੋਂ ਇਹ ਚੀਜ਼ ਮਾਈਨਸ ਕਰਾਂਗੇ। सो एक चीज और, दिस टर्म इज मोर सिग्निफिकेंट फॉर लाइट न्यूक्लियाई देन हैवी न्यूक्लियाई। अगर हैवी न्यूक्लियस होएगा बेटा ਉਹਦੇ ਵਿੱਚ ਨੰਬਰ ਆਫ ਪ੍ਰੋਟੋਨਸ ਐਂਡ ਨਿਊਟਰॉन्स ਜ਼ਿਆਦਾ ਹੋਣਗੇ, ਇਸ ਕਰਕੇ ਐਵਰੇਜਿੰਗ ਇਫੈਕਟ ਤੁਹਾਡੇ ਕੋਲ ਐਗਜ਼ਿਸਟ ਕਰੇਗਾ। ਸੋ ਸੈਂਟਰ ਦੇ ਵਿੱਚ ਤੁਹਾਡੇ ਕੋਲ ਜ਼ਿਆਦਾ ਨਿਊਕਲੀਅਸ ਅਵੇਲੇਬਲ ਹੋਣਗੇ ਐਂਡ ਜਿੰਨਾ ਨਿਊਕਲੀਅਸ ਬਿਗਰ ਹੋਏਗਾ। ਅਗਰ ਲਾਈਟਰ ਨਿਊਕਲੀਅਸ ਹੋਏਗਾ ਤੁਹਾਡੇ ਕੋਲ ਤਾਂ ਸਰਫੇਸ ਉੱਪਰ ਜ਼ਿਆਦਾ ਨਿਊਕਲੀਅਸ ਦਿਖਣਗੇ ਐਸ ਕੰਪੇਅਰ ਟੂ ਸੈਂਟਰ। ਸੋ ਇਸ ਕਰਕੇ ਤੁਹਾਡੇ ਕੋਲ ਇਹ ਇਫੈਕਟ ਲਾਈਟ ਨਿਊਕਲੀਆਈ ਦੇ ਵਿੱਚ ਜ਼ਿਆਦਾ ਦਿਖੇਗਾ ਸਰਫੇਸ એનર્ਜੀ ਨਾਲ। तो उस तो बाद आती बेटा कूलम एनर्जी। कूलम एनर्जी ਤੁਹਾਨੂੰ ਪਤਾ ਹੀ ਹੈ बेटा कूलम इंटरेक्शन है। ਹੁਣ ਨਿਊਕਲੀਅਸ ਦੇ ਅੰਦਰ ਪ੍ਰੋਟੋਨ ਵੀ ਐਗਜ਼ਿਸਟ ਕਰਦੇ, ਨਿਊਟਰॉन ਵੀ ਐਗਜ਼ਿਸਟ ਕਰਦੇ। ਨਿਊਟਰॉन ਜਿਹੜੇ ਹੈ ਉਹ ਅਨਚਾਰਜਡ ਹੈ, ਇਸ ਕਰਕੇ ਉਹਨਾਂ ਦੇ ਉੱਪਰ ਕੋਈ ਇਫੈਕਟ ਨਹੀਂ ਹੋਏਗਾ ਕੂਲਮ એનર્ਜੀ ਦਾ। ਲੇਕਿਨ ਹੁਣ ਆਪਣੇ ਕੋਲ ਪ੍ਰੋਟੋਨ ਹੈ, ਜਿਸ ਵੇਲੇ ਇੱਕ ਦੂਸਰੇ ਪ੍ਰੋਟੋਨ ਐਂਡ ਪ੍ਰੋਟੋਨ ਇੱਕ ਦੂਸਰੇ ਨਾਲ ਇੰਟਰੈਕਟ ਕਰਨਗੇ ਤਾਂ ਉਹਦੇ ਨਾਲ ਕੀ ਹੋਏਗਾ बेटा ਉਹਨਾਂ ਵਿੱਚ ਕੂਲਮ ਰਿਪਲਸ਼ਨ ਆਏਗੀ। ਹੁਣ ਕੂਲਮ ਰਿਪਲਸ਼ਨ ਹੈ, ਰਹਿਣਾ ਤਾਂ ਸੇਮ ਜਗ੍ਹਾ ਹੀ ਹੈ बेटा ਉਹਨਾਂ ਨੇ ਨਿਊਕਲੀਅਸ ਦੇ ਅੰਦਰ, ਇਸ ਕਰਕੇ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਪ੍ਰੋਬਲਮ ਕਾਜ਼ ਕਰੇਗੀ ਐਂਡ ਉਹਨਾਂ ਨੂੰ ਰਿਪੈਲ ਕਰੇਗੀ ਐਂਡ ਨਿਊਕਲੀਅਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗੀ। ਇਸ ਕਰਕੇ ਜਿਹੜੀ ਬਾइंडिंग एनर्जी ਹੈ ਉਹ ਹੋਰ ਘਟੇਗੀ, मतलब ਨਿਊਕਲੀਅਸ ਨੂੰ ਟਾਈਟ ਬਾइंड ਕਰਨ ਦੇ ਵਿੱਚ ਉਹ ਪ੍ਰੋਬਲਮ ਕ੍ਰੀਏਟ ਕਰੇਗੀ। ਸੋ ਜਿਹੜੀ એનર્ਜੀ ਹੋਏਗੀ, ਜਿਹੜਾ ਵੇਰੀਏਸ਼ਨ ਹੋਏਗੀ, ਇਟ ਵਿਲ ਬੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਪੋਟੈਂਸ਼ੀਅਲ એનર્ਜੀ ਡਿਊ ਟੂ ਅ ਪੇਅਰ ਆਫ ਪ੍ਰੋਟੋਨਸ। ਸੋ ਅਗਰ ਟੋਟਲ ਨੰਬਰ ਆਫ ਨਿਊਕਲੀਅਸ ਦੇ ਕਰਕੇ ਅਗਰ ਆਪਾਂ ਬਾइंडिंग एनर्जी ਦੇ ਵਿੱਚ ਜਿਹੜਾ ਫਰਕ ਕੱਢਣਾ ਹੈ ਤਾਂ ਆਪਾਂ ਕੀ ਕਰਾਂਗੇ, ਪੋਟੈਂਸ਼ੀਅਲ એનર્ਜੀ ਇੱਕ ਪੇਅਰ ਦੀ ਕੱਢਾਂਗੇ, ਉਹਨੂੰ ਨੰਬਰ ਆਫ ਪੇਅਰਸ ਦੇ ਨਾਲ ਮਲਟੀਪਲਾਈ ਕਰ ਦਾਂਗੇ। ਸੋ potential energy हमेशा 1/r ਦੇ ਡਿਪੈਂਡ ਹੁੰਦੀ ਹੈ। so it will be equal to potential energy 1/4 pi epsilon naught q1 into q2 divided by r ਹੋ ਗਿਆ। q1 ਕੀ ਹੋ ਗਿਆ, ਚਾਰਜ ਔਨ ਦੀ ਪ੍ਰੋਟੋਨ ਐਂਡ q2 ਹੋ ਗਿਆ ਚਾਰਜ ਔਨ ਦੀ ਪ੍ਰੋਟੋਨ। so this is e square ਦੇ ਮੁਤਾਬਕ ਦੇ ਬਰਾਬਰ ਆ ਗਿਆ ਆਪਣੇ ਕੋਲ। so and since in the nucleus there are z into z-1 divided by 2 ਪੇਅਰਸ ਆਫ ਪ੍ਰੋਟੋਨਸ ਐਗਜ਼ਿਸਟ ਕਰਦੇ ਆ। ਤੁਸੀਂ ਚੈੱਕ ਆਊਟ ਕਰ ਸਕਦੇ ਹੋ ਬੇਟਾ, ਤੁਸੀਂ ਆਪਣੇ ਪੇਅਰਸ ਬਣਾ ਕੇ ਦੇਖ ਸਕਦੇ ਹੋ। ਅਗਰ ਤੁਹਾਡੇ ਕੋਲ 7 ਪਾਰਟੀਕਲ ਹੈਗੇ ਤਾਂ ਉਹਨਾਂ ਦੇ ਆਪਸ ਦੇ ਵਿੱਚ ਕਿੰਨੇ ਪੇਅਰ ਬਣਨਗੇ। ਸੋ ਦਿਸ ਇਜ਼ ਜਸਟ ਲਾਈਕ NCR ਵਾਲਾ ਕਨਸੈਪਟ ਹੁੰਦਾ ਹੈ, ਜਿਹੜੇ ਕੰਬੀਨੇਸ਼ਨ ਤੁਸੀਂ ਬਣਾਉਂਦੇ ਹੋ, ਇੱਕ ਹੁੰਦਾ ਪਰਮਿਊਟੇਸ਼ਨ, ਇੱਕ ਕੰਬੀਨੇਸ਼ਨ ਹੁੰਦਾ, ਤੁਸੀਂ ਕੰਬੀਨੇਸ਼ਨ ਬਣਾ ਕੇ ਦੇਖ ਸਕਦੇ ਹੋ ਐਟ ਅ ਟਾਈਮ। NCR ਅਗਰ 7 ਹੈ ਤਾਂ 7C2 ਕਰਕੇ ਤੁਸੀਂ ਚੈੱਕ ਕਰ ਲਿਓ ਤੁਹਾਡੇ ਕੋਲ ਕਿੰਨੇ ਪੇਅਰ ਬਣਦੇ। ਸੋ ਇਟ ਵਿਲ ਬੀ z into z-1 divided by 2 ਆਏਗਾ। ਸੋ ਕੂਲਮ એનર્ਜੀ ਜਦੋਂ ਤੁਸੀਂ ਫਾਈਂਡ ਆਊਟ ਕਰੋਗੇ ਇਨ ਤਾਂ ਪੋਟੈਂਸ਼ੀਅਲ એનર્ਜੀ ਇਨਟੂ ਨੰਬਰ ਆਫ ਪੇਅਰਸ ਨੂੰ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਫਾਈਨਲ ਟਰਮ ਆਏਗੀ। ਆਪਾਂ ਇੱਥੇ ਵੀ ਬੇਟਾ ਮਾਈਨਸ ਲਿਖਿਆ ਹੋਏਗਾ, ਅਗਰ ਮਾਈਨਸ ਲਿਖਿਆ ਹੋਏਗਾ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਇਹ ਬਾइंडिंग એનર્ਜੀ ਤੋਂ ਆਪੋਜ਼ਿਟ ਐਕਟ ਕਰੇਗੀ, ਮਤਲਬ ਰਿਪਲਸ਼ਨ ਹੈ, ਤਾਂ ਇਸ ਕਰਕੇ ਇਹਨੂੰ ਨੈਗੇਟਿਵ ਸਾਈਨ ਦੇ ਨਾਲ ਆਪਾਂ ਵੋਲਿਊਮ એનર્ਜੀ ਦੇ ਵਿੱਚੋਂ ਮਾਈਨਸ ਕਰਾਂਗੇ।
ਸੋ ਇਹਦੇ ਵਿੱਚ ਬੇਟਾ ਆਪਣੇ ਕੋਲ ਆ ਚੀਜ਼ ਆ ਗਈ ਹੈ। ਸੋ ਕੁਝ ਨਹੀਂ ਲਿਖਿਆ ਹੋਇਆ ਬੇਟਾ, ਆਰ ਜਿਹੜਾ ਐਵਰੇਜ ਹੈ ਤੁਹਾਡੇ ਕੋਲ ਰੇਡੀਅਸ ਜਿਹੜਾ ਲਿਖਿਆ ਹੋਏਗਾ ਸਿੰਪਲ ਜਿਹਾ, ਉਹਨੂੰ ਆਪਾਂ ਕੈਪੀਟਲ ਆਰ ਨਾਲ ਟ੍ਰੇਸ ਕਰਾਂਗੇ। r r0 a raised to power 1/3 ਹੁੰਦਾ ਹੈ, ਇਸ ਕਰਕੇ r ਦੀ ਜਗ੍ਹਾ ਆਪਾਂ a raised to power 1/3 ਪਾਤਾ। ਹੁਣ ਡਿਨੋਮੀਨੇਟਰ 'ਚ ਲਿਖਿਆ ਹੋਇਆ, ਇਸ ਕਰਕੇ ਜਦੋਂ ਉੱਪਰ ਲੈ ਕੇ ਜਾਵਾਂਗੇ ਤਾਂ ਆਪਣੇ ਕੋਲ raised to power -1/3 ਆ ਜਾਏਗਾ। ਬਾਕੀ ਸਾਰੀਆਂ ਟਰਮ ਕਾਂਸਟੈਂਟ ਹੈ, ਇਸ ਕਰਕੇ ਆਪਾਂ ac ਲਿਖ ਦਿੱਤਾ, z into z minus 1 a raised to power -1/3 ਆ ਜਾਏਗਾ। ਸੋ ਇਹ ਤੁਹਾਡੇ ਕੋਲ ਕੂਲਮ ਟਰਮ ਆ ਗਈ। ਸੋ ਇਹਨਾਂ ਸਾਰਿਆਂ ਨੂੰ ਅਗਰ ਆਪਾਂ ਕੰਬਾਈਨ ਕਰਦੇ ਤਿੰਨਾਂ ਟਰਮਸ ਨੂੰ ਤਾਂ ਆਪਣੇ ਕੋਲ ਇੱਕ ਸਿੰਗਲ ਜੀ ਬਾਈਂਡਿੰਗ એનર્ਜੀ ਪਰ ਨਿਊਕਲੀਅਰ ਦੀ ਇੱਕ ਫਾਰਮ ਬਣੇਗੀ। ਅਗਰ ਇਹਨੂੰ ਆਪਾਂ ਪਲਾਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਆਪਣੇ ਕੋਲ ਇਸ ਤਰ੍ਹਾਂ ਦਾ ਕੁਝ ਸਾਰਿਆਂ ਦਾ ਕੰਬੀਨੇਸ਼ਨ ਇਸ ਤਰ੍ਹਾਂ ਦਾ ਆਏਗਾ। ਅਗਰ ਆਪਾਂ ਸਿੰਗਲ ਪਲਾਟ ਕਰਦੇ ਹਾਂ ਵੋਲਿਊਮ એનર્ਜੀ ਤਾਂ ਬਾਈਂਡਿੰਗ એનર્ਜੀ ਪਰ ਵੋਲਿਊਮ ਪਰ ਨਿਊਕਲੀਅਰ ਕੀ ਹੋਏਗਾ ਬੇਟਾ, ਕਾਂਸਟੈਂਟ ਸੀ, ਇਸ ਕਰਕੇ ਆਪਣੇ ਕੋਲ ਸਿੰਪਲ ਹੀ ਆਏਗਾ। ਸੋ ਉਸ ਤੋਂ ਬਾਅਦ ਕੀ ਆ ਗਿਆ ਬੇਟਾ, ਉਹ ਅਗਰ ਤੁਹਾਡੇ ਕੋਲ ਕੂਲਮ એનર્ਜੀ ਹੈ ਤਾਂ ਕੂਲਮ એનર્ਜੀ ਸਿੱਧਾ ਆਪਣੇ ਕੋਲ ਸਿੰਪਲ ਜਗ੍ਹਾ ਬੇਟਾ। ਚੰਨੂ ਕੁਮਾਰ ਪਲੀਜ਼, ਸਕਰੀਨ ਸ਼ੇਅਰ ਹੋ ਰਹੀ ਹੈ, ਮੈਨੂੰ ਤੁਹਾਡਾ ਨਾਮ ਵੀ ਦਿਖ ਰਿਹਾ, ਗਲਤੀ ਨਹੀਂ ਕਰਨੀ। ਸੋ ਉਸ ਤੋਂ ਬਾਅਦ ਆਪਣੇ ਕੋਲ ਜਿਹੜੀ ਕੂਲਮ એનર્ਜੀ ਹੈ ਉਹ ਡਿਕਰੀਜ਼ਿੰਗ ਹੋਏਗੀ ਵਿਦ ਟਾਈਮ ਵਿਦ ਡਿਸਟੈਂਸ ਐਂਡ ਸੌਰੀ ਮਾਸ ਨੰਬਰ, ਐਂਡ ਜਿਹੜੀ ਸਰਫੇਸ એનર્ਜੀ ਹੈ ਵਿਦ ਮਾਸ ਨੰਬਰ ਵਧੇਗੀ। ਇਹ ਚੀਜ਼ਾਂ ਆਪਾਂ ਆਲਰੇਡੀ ਡਿਸਕਸ ਕਰ ਲਈਆਂ। ਐਂਡ ਫਾਈਨਲ ਇਹਨਾਂ ਤਿੰਨਾਂ ਚੀਜ਼ਾਂ ਨੂੰ ਕੰਬਾਈਨ ਕਰੋਗੇ, ਵੋਲਿਊਮ, ਸਰਫੇਸ ਐਂਡ ਕੂਲਮ, ਇਹਨਾਂ ਤਿੰਨਾਂ ਦਾ ਜਦੋਂ ਸਮ ਕਰਕੇ ਲਿਖੋਗੇ ਤਾਂ ਆਪਣੇ ਕੋਲ ਫਾਈਨਲੀ ਇੱਥੇ ਆਪਣੇ ਕੋਲ ਇੱਕ ਰਿਜ਼ਲਟ ਆ ਜਾਏਗਾ। ਠੀਕ ਹੈ ਜੀ। ਸੋ ਇਹ ਆਲਮੋਸਟ ਸਿਮਿਲਰ ਜਿਹਾ ਟ੍ਰੈਂਡ ਸ਼ੋ ਕਰਦੀ ਹੈ ਅਦਰ ਦੈਨ ਦੀ ਸਪਾਈਕਸ। ਸੋ ਆਪਾਂ ਬਾਈਂਡਿੰਗ એનર્ਜੀ ਅਗਰ ਆਪਾਂ ਲਾਸਟ ਟਾਈਮ ਡਿਸਕਸ ਕੀਤੀ ਸੀ, ਜਿਹਨਾਂ ਨੇ ਲੈਕਚਰ ਅਟੈਂਡ ਕੀਤਾ ਸੀਗਾ ਉਹਨਾਂ ਨੇ ਅਬਜ਼ਰਵ ਕੀਤਾ ਸੀਗਾ ਬੇਟਾ ਇੱਥੇ ਆਪਣੇ ਕੋਲ ਸਪਾਈਕਸ ਵਗੈਰਾ ਆਉਂਦੀਆਂ। ਸੋ ਸਪਾਈਕ ਜਦੋਂ ਤੁਸੀਂ ਅਬਜ਼ਰਵ ਕਰਦੇ ਹੋ ਇੱਥੇ, ਲੇਕਿਨ ਐਵਰੇਜਿੰਗ ਇਫੈਕਟ ਹੈ, ਇਸ ਕਰਕੇ ਆਪਣੇ ਕੋਲ ਸਪਾਈਕਸ ਨਹੀਂ ਆਣਗੀਆਂ, ਸਿਰਫ ਤੇ ਸਿਰਫ ਐਵਰੇਜਿੰਗ ਰਿਜ਼ਲਟ ਦਿਖੇਗਾ। ਸੋ ਇੱਥੇ ਇਹ ਚੀਜ਼ ਪ੍ਰੋਬਲਮ ਹੈ ਕਿ ਇਸੇ ਕਰਕੇ ਆਪਾਂ ਲਿਕੁਇਡ ਡਰਾਪ ਮਾਡਲ ਦੀ ਕੁਝ ਡੈਫੀਸ਼ੀਐਂਸੀਜ਼ ਵੀ ਆਉਣ ਵਾਲੇ ਟਾਈਮ 'ਚ ਡਿਸਕਸ ਕਰਾਂਗੇ। ਆਪਾਂ ਇਹ ਕਿਹੜੀ ਚੀਜ਼ ਐਕਸਪਲੇਨ ਕਰ ਸਕਦਾ ਹੈ, ਕਿਹੜੀ ਚੀਜ਼ ਨਹੀਂ ਐਕਸਪਲੇਨ ਕਰ ਸਕਦਾ। ਸੋ ਫਿਲਹਾਲ ਦੀ ਘੜੀ ਅੱਜ ਦੀ ਡੇਟ ਦੇ ਵਿੱਚ ਬੇਟਾ ਆਪਾਂ ਇੰਨਾ ਹੀ ਰੱਖਦੇ ਹਾਂ। ਅਗਲੇ ਬਾਕੀ ਜਿਹੜਾ ਪਾਰਟ ਹੈ ਸਰਫੇ ਜਿਹੜਾ ਆਪਣੇ ਕੋਲ ਅਸਿਮੈਟਰੀ એનર્ਜੀ ਹੈ ਐਂਡ ਜਿਹੜਾ ਆਪਣੇ ਕੋਲ ਪੇਅਰਿੰਗ એનર્ਜੀ ਹੈ ਉਹ ਆਪਾਂ ਬੇਟਾ ਨੈਕਸਟ ਟਾਈਮ ਡਿਸਕਸ ਕਰਾਂਗੇ। ਸੋ ਥੈਂਕ ਯੂ ਵੈਰੀ ਮਚ ਬੇਟਾ। ਅਗਰ ਕੋਈ ਡਾਊਟਸ ਵਗੈਰਾ ਹੈਗੇ ਆ ਤਾਂ ਮੇਰੇ ਨਾਲ ਹੁਣੇ ਡਿਸਕਸ ਕਰ ਸਕਦੇ ਹੋ, ਦੱਸੋ ਜੀ।